ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਆਪਣਾ ਅੱਜ ਦਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਇਮੀਗ੍ਰੇਸ਼ਨ ਇਨ USA। ਇਹਦੇ ਵਿੱਚ ਜਿੱਥੇ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉੱਥੇ ਤੁਹਾਡੇ ਨਾਲ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਸਾਰੇ ਪਲੇਟਫਾਰਮਾਂ 'ਤੇ ਸਾਨੂੰ ਬਹੁਤ ਲਾਈਕ ਕਰਦੇ ਹੋ, ਸਬਸਕ੍ਰਾਈਬ ਕਰਦੇ ਹੋ, ਸ਼ੇਅਰ ਕਰਦੇ ਹੋ। ਸਾਨੂੰ ਬਹੁਤ ਪੋਜ਼ਿਟਿਵ ਫੀਡਬੈਕ ਆਉਂਦਾ, ਉਹਦੇ ਨਾਲ ਸਾਡੀ ਜ਼ਿੰਮੇਵਾਰੀ ਮੇਰੀ ਤੇ ਮੇਰੀ ਟੀਮ ਦੀ ਹੋਰ ਬਣ ਜਾਂਦੀ ਆ ਕਿ ਅਸੀਂ ਹੋਰ ਜ਼ਿਆਦਾ ਬੈਟਰ ਜਿਹੜਾ ਹੈਗਾ ਉਹ ਤੁਹਾਡੀ ਸੇਵਾ ਕਰ ਸਕੀਏ, ਤੁਹਾਨੂੰ ਖਬਰਾਂ ਪਹੁੰਚਾ ਸਕੀਏ ਤੇ ਤੁਹਾਡੀ ਜਿੰਨੀ ਵੀ ਹੈਲਪ ਹੋ ਸਕੇ ਇਹਦੇ ਨਾਲ ਉਹ ਕਰੀਏ। ਤੋ ਇਹਦੇ ਵਿੱਚ ਜਿੱਥੇ ਖਬਰਾਂ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਹੁਣ ਜਿਹੜੇ ਪਲੇਟਫਾਰਮਸ 'ਤੇ ਅਸੀਂ ਹੈਗੇ ਆ ਉਹ ਹੈਗੇ ਆ ਜੀ YouTube 'ਤੇ ਆ, TikTok 'ਤੇ ਆ, Instagram 'ਤੇ ਆ, Facebook 'ਤੇ ਹੈਗੇ ਆ ਤੇ Snapchat 'ਤੇ ਹੈਗੇ ਆ। ਸੋ ਇਹਨਾਂ ਸਾਰੇ ਪਲੇਟਫਾਰਮਾਂ 'ਤੇ ਤੁਸੀਂ ਜਾ ਕੇ ਸਾਨੂੰ ਦੇਖ ਸਕਦੇ ਹੋ ਤੇ ਤਕਰੀਬਨ ਅਪਡੇਟ ਅਸੀਂ TikTok 'ਤੇ, Instagram 'ਤੇ, Snapchat 'ਤੇ, Facebook 'ਤੇ ਰੋਜ਼ ਕਰਦੇ ਹਾਂ ਤੇ ਜਿਹੜੀ YouTube ਹੈ ਉੱਤੇ ਅਸੀਂ ਵੀਕ ਦੇ ਵਿੱਚ 3 ਜਾਂ 4 ਵਾਰੀ ਇਹਨੂੰ ਅਪਡੇਟ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰਾਂਗੇ ਉਹ ਆਪਾਂ ਕਰਾਂਗੇ ਜੀ ਕਾਂਗਰਸ ਦੇ ਵਿੱਚ ਇੱਕ ਇਮੀਗ੍ਰੇਸ਼ਨ ਰਿਫਾਰਮ ਬਿੱਲ ਇੰਟਰੋਡਿਊਸ ਹੋਇਆ ਜਿਹਨੂੰ ਕਹਿੰਦੇ ਨੇ ਕਿ ਡਿਗਨੀਟੈਡ ਐਕਟ। ਇਹ ਅੱਗੇ ਵੀ ਇੱਦਾਂ ਦੇ ਬਿੱਲ ਬਥੇਰੇ ਇੰਟਰੋਡਿਊਸ ਹੋਏ ਨੇ। ਇਹ ਮਈ 23 ਨੂੰ ਹੋਇਆ, ਪਰ ਇਹਦੇ ਵਿੱਚ ਇਹ ਆ ਵੀ ਉਹਨਾਂ ਨੇ ਕੁਝ ਚੇਂਜਸ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇ। ਹੁਣ ਪਾਸ ਹੋਣਾ ਕਿ ਨਾ ਹੋਣਾ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ। ਅੱਗੇ ਵੀ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਪਿਛਲੇ ਸਾਲ 2 ਜਿਹੜੇ ਇਮੀਗ੍ਰੇਸ਼ਨ ਦੇ ਬਿੱਲ ਨੇ, ਇੱਕ ਡਾਕਾ ਵਾਲਿਆਂ ਲਈ, ਇੱਕ ਦੂਜਾ ਉਹ ਹਾਊਸ ਨੇ ਪਾਸ ਕਰਕੇ ਸੈਨੇਟ 'ਚ ਭੇਜੇ ਆ, ਜਿਹੜੇ ਕਿ ਸੈਨੇਟ ਜਿਹੜੀ ਆ ਉਹ ਅਜੇ ਤੱਕ ਪਾਸ ਨਹੀਂ ਕਰ ਸਕੀ ਤੇ ਉਹਨਾਂ ਦਾ ਕੋਈ ਵੀ ਜਿਹੜਾ ਉਹ ਕਿਸੇ ਪਾਸੇ ਗੱਲ ਨਹੀਂ ਲੱਗੀ। ਜਿਹੜਾ ਇਮੀਗ੍ਰੇਸ਼ਨ ਰਿਫਾਰਮ ਸੀ ਉਹ ਵੀ ਕਿਸੇ ਪਾਸੇ ਨਹੀਂ ਲੱਗਿਆ। ਪਰ ਇਹ ਜਿਹੜਾ ਬਿੱਲ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ, ਪਰ ਇਹਦੀ ਪਾਸ ਹੋਣ ਦੀ ਕੋਈ ਖਾਸ ਉਮੀਦ ਮੈਨੂੰ ਨਜ਼ਰ ਅਜੇ ਨਹੀਂ ਆ ਰਹੀ। ਸੋ ਇਹ ਜਿਹੜਾ ਬਿੱਲ ਹੈਗਾ ਇਹਦਾ ਨਾਂ ਹੈਗਾ ਡਿਗਨੀਟੈਡ ਐਕਟ। ਇਹ ਪ੍ਰੋਵਾਈਡ ਕਰੇਗਾ ਲੀਗਲ ਸਟੇਟਸ ਅਨਡਾਕੂਮੈਂਟਡ ਜਿੰਨੇ ਵੀ ਇਮੀਗ੍ਰੈਂਟਸ ਹੈਗੇ ਆ ਤੇ ਜਿਨ੍ਹਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਪਰ 14 ਸਾਲ ਲੱਗਣਗੇ ਪੱਕੇ ਹੋਣ ਲਈ, ਤਾਂ $10,000 ਇਹਨਾਂ ਨੂੰ ਫੀ ਤੇ ਪੈਨਲਟੀ ਦੇ ਵਿੱਚ ਪੇ ਕਰਨਾ ਪਏਗਾ। ਪਰ ਜਿਹੜਾ ਅਸੈਲਮ ਵਾਲਾ ਸਾਰਾ ਸਿਸਟਮ ਹੈਗਾ ਉਹਨੂੰ ਵੀ ਇਹ ਬਿੱਲ ਜਿਹੜਾ ਹੈਗਾ ਉਹ ਓਵਰਹਾਲ ਕਰ ਰਿਹਾ, ਚੇਂਜ ਕਰ ਰਿਹਾ ਤੇ ਜਿਹੜੇ ਬਾਰਡਰ ਹੈਗਾ ਉਹਦੇ ਉੱਤੇ ਇਹ ਹੰਡਰਡਸ ਆਫ ਮਾਈਲ ਦੇ ਵਿੱਚ ਨਵੇਂ ਫਿਜ਼ੀਕਲ ਬੈਰੀਅਰ ਜਾਂ ਲੋਕ ਨਾ ਕ੍ਰੋਸ ਕਰ ਸਕਣ ਉਹਦੇ ਵਾਸਤੇ ਵੀ ਪ੍ਰੋਵੀਜ਼ਨ ਜਿਹੜੀ ਆ ਉਹ ਰੱਖੀ ਜਾਏਗੀ। ਸੋ ਬਿੱਲ ਇਹ ਕਰਦਾ ਹੈਗਾ ਕਿ ਦ ਬਿੱਲ ਕ੍ਰੀਏਟਸ ਅ ਬ੍ਰੈਂਡ ਨਿਊ ਡਿਗਨਿਟੀ ਐਂਡ ਰਿਡੈਂਪਸ਼ਨ ਪ੍ਰੋਗਰਾਮ ਅਵੇਲੇਬਲ ਟੂ ਐਨੀ ਅਨਡਾਕੂਮੈਂਟਡ ਇਮੀਗ੍ਰੈਂਟ। ਜਿਹੜਾ ਵੀ ਇੱਥੇ 5 ਸਾਲ ਤੋਂ ਰਹਿ ਰਿਹਾ ਅਮਰੀਕਾ 'ਚ ਲਾਅ ਪਾਸ ਹੋਣ ਤੋਂ ਪਹਿਲਾਂ, ਉਹਦੇ ਵਾਸਤੇ ਇਹ ਇੱਕ ਪ੍ਰੋਗਰਾਮ ਸ਼ੁਰੂ ਹੋਊਗਾ ਜਿਹਦਾ ਨਾਂ ਹੈਗਾ ਡਿਗਨਿਟੀ ਤੇ ਰਿਡੈਂਪਸ਼ਨ। ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਇਹ ਹੈਗਾ ਕਿ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਹੋਣਗੇ, ਐਲੀਜੀਬਲ ਹੋਣਗੇ, ਉਹਨਾਂ ਵਾਸਤੇ ਫਿਰ ਇੱਥੇ ਲੀਗਲ ਸਟੇਟਸ ਮਿਲਣ ਦੀ ਸੰਭਾਵਨਾ ਵਧੇਗੀ। ਜਿਹੜੇ ਨਹੀਂ ਹੋਣਗੇ ਉਹਨਾਂ ਨੂੰ 24 ਮੰਥ 'ਤੇ ਜਾਣਗੇ ਅਮਰੀਕਾ 'ਚੋਂ ਲੀਵ ਕਰਨ ਦੇ। ਜੇ ਨਹੀਂ ਜਾਣਗੇ ਤਾਂ 3 ਤੋਂ 10 ਸਾਲ ਦਾ ਉਹਨਾਂ 'ਤੇ ਬਾਰ ਲੱਗ ਸਕਦਾ ਐਂਟਰੀ ਦਾ। ਇਹ 'ਚ ਇਹ ਆ ਵੀ ਜਿਹੜੇ ਪ੍ਰੋਗਰਾਮ 'ਚ ਇਸ ਬੰਦੇ ਆਉਣਗੇ, ਸਿਲੈਕਟ ਹੋਣਗੇ ਡਿਗਨਿਟੀ ਪ੍ਰੋਗਰਾਮ 'ਚ, ਇਹਦੇ ਵਿੱਚ ਉਹਨਾਂ ਨੂੰ ਬੈਕਗਰਾਊਂਡ ਜਿਹੜਾ ਚੈੱਕ ਹੈ ਉਹ ਪਹਿਲਾਂ ਕਰਨਾ ਪਊਗਾ ਕਲੀਅਰ, ਕ੍ਰਿਮੀਨਲ ਹਿਸਟਰੀ ਕਰਨੀ ਪਊਗੀ ਕਲੀਅਰ ਤੇ $1,000 ਪੇ ਕਰਨਾ ਪਊਗਾ ਬੈਕਗਰਾਊਂਡ ਚੈੱਕ ਲਈ। ਫਿਰ ਉਹਨਾਂ ਨੂੰ ਪਰਮਿਸ਼ਨ ਮਿਲੂਗੀ ਅਮਰੀਕਾ 'ਚ ਰਹਿਣ ਦੀ 7 ਸਾਲ ਲਈ। ਸੋ 7 ਸਾਲ ਲਈ ਉਹ ਰਹਿ ਸਕਣਗੇ ਜੇ ਬੈਕਗਰਾਊਂਡ ਚੈੱਕ ਕਲੀਅਰ ਆ। ਉਦੋਂ ਬਾਅਦ ਫਿਰ ਉਹਨਾਂ ਨੂੰ ਹਰ 2 ਸਾਲਾਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੋਲ ਪੇਸ਼ ਹੋਣਾ ਪਊਗਾ ਤੇ ਇਹ ਸ਼ੋਅ ਕਰਨਾ ਪਊਗਾ ਵੀ ਉਹ ਗੁੱਡ ਸਟੈਂਡਿੰਗ ਦੇ ਵਿੱਚ ਹੈਗੇ ਆ, ਕੋਈ ਮਾੜੇ ਚੰਗੇ ਕੰਮ 'ਚ ਇਨਵੋਲਵਡ ਨਹੀਂ। ਫਿਰ ਉਹਨਾਂ ਨੂੰ 4-4 ਹਜ਼ਾਰ ਦੀਆਂ ਇੰਸਟਾਲਮੈਂਟਾਂ ਜਿਹੜੀਆਂ ਦੇਣੀਆਂ ਪੈਣੀਆਂ ਨੇ, ਜਿਹੜੀ ਕਿ ਪਹਿਲੀ ਵਾਰੀ 2,000 ਹੋਊਗੀ, ਫਿਰ 2,000 ਤੇ ਇਹ ਦੇ ਕੇ ਉਹ 7 ਸਾਲ ਰਹਿ ਸਕਦੇ ਆ। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਟੈਕਸ ਵਗੈਰਾ ਵੀ ਭਰਨਾ ਪਊਗਾ ਜੋ ਕੰਮ ਕਰਨਗੇ। ਤੇ ਜਦੋਂ 7 ਸਾਲ ਪੂਰੇ ਹੋ ਗਏ ਉਹਨਾਂ ਕੋਲ 2 ਆਪਸ਼ਨਾਂ ਹੋਣਗੀਆਂ। ਪਹਿਲੀ, ਇੱਕ ਉਹ ਡਿਗਨਿਟੀ ਵੀਜ਼ੇ ਲਈ ਅਪਲਾਈ ਕਰ ਸਕਦੇ ਆ ਜਿਹਦੇ ਵਿੱਚ ਕਿ ਉਹਨਾਂ ਨੂੰ 5 ਸਾਲ ਇੱਥੇ ਪਰਮਿਸ਼ਨ ਹੋਊਗੀ ਰਹਿਣ ਦੀ। ਤੇ ਜਿਹੜਾ ਉਹ ਪ੍ਰੋਗਰਾਮ 'ਚ ਅਪਲਾਈ ਕਰਨਗੇ ਤੇ ਇੱਥੇ ਰਹਿਣਗੇ 5 ਸਾਲ ਤੇ ਉਹਨਾਂ ਨੂੰ ਉਹ ਜਿਹੜਾ ਪ੍ਰੋਗਰਾਮ ਹੈਗਾ ਉਹ ਰਿਨਿਊ ਹੁੰਦਾ ਰਹੂਗਾ। ਤੇ ਜੇ ਉਹ ਕੰਡੀਸ਼ਨ ਵਾਇਲੇਟ ਨਹੀਂ ਕਰਨਗੇ, ਕੋਈ ਕ੍ਰਿਮੀਨਲ ਕੰਮ ਨਹੀਂ ਕਰਨਗੇ, ਤਾਂ ਇੱਥੇ ਉਹ 5-5 ਸਾਲਾਂ ਬਾਅਦ ਉਹਨਾਂ ਦਾ ਜਿਹੜਾ ਉਹ ਕਾਰਡ ਹੈ ਜਾਂ ਜੋ ਵੀ ਉਹਨਾਂ ਨੂੰ ਸਟੇਟਸ ਮਿਲਿਆ ਰਿਨਿਊ ਹੋਈ ਜਾਊਗਾ। ਦੂਜਾ ਹੈਗਾ ਕਿ ਉਹ 5 ਸਾਲ ਦਾ ਇੱਕ ਰਿਡੈਂਪਸ਼ਨ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਵੀ ਅਪਲਾਈ ਕਰ ਸਕਦੇ ਆ। ਤੇ ਉਹਦੇ ਵਾਸਤੇ ਜਿਹੜੀ ਗੌਰਮੈਂਟ ਹੈਗੀ ਆ ਉਹ ਪਹਿਲਾਂ ਜਿਹੜਾ ਗੌਰਮੈਂਟ ਦਾ ਅਕਾਊਂਟੇਬਿਲਿਟੀ ਆਫਿਸ ਕਹੂਗਾ ਕਿ ਬਾਰਡਰ ਸਿਕਿਉਰ ਆ, ਉੱਥੋਂ ਹੁਣ ਬਹੁਤ ਘੱਟ ਬੰਦੇ ਆ ਰਹੇ ਆ ਤੇ ਉੱਥੇ ਜਿਹੜੀ ਹੁਣ ਐਂਟਰੀ ਆ ਬਹੁਤ ਥੋੜ੍ਹੇ ਬੰਦਿਆਂ ਦੀ ਰਹਿ ਗਈ ਤੇ ਉਹ ਬੰਦਾ ਫਿਰ ਗ੍ਰੀਨ ਕਾਰਡ ਜਿਹੜਾ ਹੈ ਉਹ ਅਪਲਾਈ ਕਰ ਸਕੂਗਾ। ਤੇ ਇਹ ਜਿਹੜਾ ਰਿਡੈਂਪਸ਼ਨ ਪ੍ਰੋਗਰਾਮ ਹੈ ਇਹਦੇ ਅੰਦਰ ਉਹਨੂੰ ਫਾਈਨ ਦੇਣਾ ਪਊਗਾ 5,000 ਤੇ 200 ਆਵਰ ਦੀ ਕਮਿਊਨਿਟੀ ਸਰਵਿਸ ਕਰਨੀ ਪਊਗੀ ਤੇ ਫਿਰ ਇਹਦੀ ਗ੍ਰੀਨ ਕਾਰਡ ਦੀ ਜਿਹੜੀ ਹੈਗੀ ਪ੍ਰੋਸੈਸਿੰਗ ਹੋਊਗੀ ਤੇ ਇਹਨੂੰ ਜਿਹੜਾ ਹੈਗਾ ਉਹ
ਹੋਰ ਟਾਈਮ ਲੱਗੂਗਾ। ਸੋ ਟੋਟਲ 14 ਸਾਲ ਲੱਗਣਗੇ ਗ੍ਰੀਨ ਕਾਰਡ ਮਿਲਣ ਤੱਕ। 3 ਹੋਰ ਜਿਹੜੀਆਂ ਬਰੌਡ ਪਾਸ ਹੈਗੀਆਂ ਇਹ ਬਿੱਲ ਬਣਾਊਗਾ। ਪਹਿਲੀ ਹੈਗੀ ਆ ਕਿ TPS ਸਟੇਟਸ ਕੀਤਾ ਜਾਊਗਾ ਤੇ ਉਹ ਡ੍ਰੀਮ ਐਕਟ ਦੇ ਜਿਹੜੇ ਹੈਗੇ ਉਹਦੇ ਮੁਤਾਬਕ ਹੋਊਗਾ ਤੇ ਅਮਰੀਕਾ ਜਿਹੜਾ ਪ੍ਰੋਮਿਸ ਐਕਟ ਆ ਉਹਦੇ ਮੁਤਾਬਕ ਜਿਹੜਾ ਪਹਿਲਾਂ ਸੀ ਇਹਨੂੰ ਉਹ ਬਣਾਇਆ ਜਾਊਗਾ। ਜਿਹੜੇ ਬੰਦੇ ਅਮਰੀਕਾ ਦੇ ਵਿੱਚ ਪਿਛਲੇ 3 ਸਾਲ ਤੋਂ ਰਹਿ ਰਹੇ ਨੇ ਤੇ ਉਹਨਾਂ ਕੋਲ TPS ਸਟੇਟਸ ਹੈਗਾ 2021 ਦਾ, ਜਾਂ ਜਿਹੜੇ 18 ਸਾਲ ਦੀ ਉਮਰ ਤੋਂ ਪਹਿਲਾਂ ਆਏ ਆ ਇੱਥੇ, ਉਹਨਾਂ ਨੂੰ ਵੀ ਇਹਦੇ ਵਿੱਚ ਗਾਂਹ ਗ੍ਰੀਨ ਕਾਰਡ ਮਿਲਣ ਦੀ ਜਿਹੜੀ ਆ ਉਹ ਸੰਭਾਵਨਾ ਹੋਊਗੀ। ਤੇ ਇਹਦੇ 'ਚ ਜਿਹੜਾ ਹੈਗਾ ਉਹ ਐਗਰੀਕਲਚਰ ਵਾਲਿਆਂ ਵਾਸਤੇ ਵੀ ਜਿਹੜਾ ਹੈਗਾ ਉਹ ਰਿਲੀਫ ਹੈਗੀ ਆ। ਜਿਹੜਾ ਫਾਰਮ ਵਰਕਫੋਰਸ ਮਾਡਰਨਾਈਜੇਸ਼ਨ ਐਕਟ ਆ ਉਹ ਇਹ ਕਹਿ ਰਿਹਾ ਵੀ ਜਿਹੜੇ ਫਾਰਮ ਵਰਕਰ ਨੇ ਜਿਹੜੇ ਇੱਥੇ ਬੜੀ ਦੇਰ ਤੋਂ ਰਹਿ ਰਹੇ ਆ ਉਹਨਾਂ ਨੂੰ ਇੱਥੇ ਗ੍ਰੀਨ ਕਾਰਡ ਦੇਣੇ ਆ 1 ਮਿਲੀਅਨ ਤੋਂ ਉੱਪਰ, ਉਹ ਵੀ ਇਹਦੇ ਵਿੱਚ ਹੋਊਗਾ ਜੇ ਬੰਦੇ ਨੇ 10 ਸਾਲ ਐਕਟ ਪਾਸ ਹੋਣ ਤੋਂ ਪਹਿਲਾਂ ਖੇਤਾਂ 'ਚ ਕੰਮ ਕੀਤਾ ਆ ਤੇ ਉਹਨੂੰ ਇਹਦੇ ਵਿੱਚ ਹੌਲੀ ਹੌਲੀ ਗ੍ਰੀਨ ਕਾਰਡ ਮਿਲਣ ਦੀ ਜਿਹੜੀ ਆ ਉਹ ਆਸ ਹੋਊਗੀ। ਉਹਦੇ ਨਾਲ ਜਿਹੜਾ ਬਿੱਲ ਹੈ ਬਾਰਡਰ ਸਿਕਿਉਰ ਕਰਨ ਲਈ $18 ਬਿਲੀਅਨ ਪ੍ਰੋਵਾਈਡ ਕਰੂਗਾ, ਜਿਹਦੇ ਵਿੱਚ ਕਿ ਸਰਕਾਰ ਜਿਹੜੀ ਆ ਉਹ ਬਾਰਡਰ ਪੈਟਰੋਲ ਦੇ ਬੰਦੇ ਵਧਾਊਗੀ ਤੇ $15 ਬਿਲੀਅਨ ਜਿਹੜਾ ਅਗਲੇ 4 ਸਾਲ 'ਚ ਸਪੈਂਡ ਕੀਤਾ ਜਾਊਗਾ। ਤੇ ਉਹਦੇ ਵਿੱਚ ਜਿਹੜੀ ਹੈਗੀ ਆ ਜਿਹੜੇ ਬਾਰਡਰ ਪੈਟਰੋਲ ਸਟੇਸ਼ਨ ਬਣਾਏ ਜਾਣਗੇ, ਜਿਹੜੀ ਸਰਵੇਲੈਂਸ ਟੈਕਨੋਲੋਜੀ ਆ ਉਹ ਬਣਾਈ ਜਾਊਗੀ, 3000 ਨਵੇਂ ਬਾਰਡਰ ਜਿਹੜੇ ਏਜੰਟ ਆ ਉਹ ਹਾਇਰ ਕੀਤੇ ਜਾਣਗੇ ਤੇ $10 ਬਿਲੀਅਨ ਖਰਚਿਆ ਜਾਊਗਾ ਪੋਰਟ ਆਫ ਐਂਟਰੀ ਨੂੰ ਹੋਰ ਮਾਡਰਨਾਈਜ਼ ਕਰਨ ਵਾਸਤੇ ਤੇ ਕਸਟਮ ਐਂਡ ਇਨਫੋਰਸਮੈਂਟ ਜਿਹੜੀ ਆਈਸ ਆ ਉਹਦਾ ਸਟਾਫ ਹੋਰ ਹਾਇਰ ਕੀਤਾ ਜਾਊਗਾ। ਸੋ ਇਹ ਬਿੱਲ ਜਿਹੜਾ ਹੈਗਾ ਇਹਨੂੰ ਇਹ ਕਹਿੰਦਾ ਵੀ ਜਿਹੜਾ ਕੋਈ ਇੱਥੇ ਆਊਗਾ ਅਸਾਈਲਮ ਮੰਗਣ ਵਾਸਤੇ ਉਹਨੂੰ ਪਹਿਲਾਂ ਕ੍ਰੈਡੀਬਲ ਫੇਅਰ ਇੰਟਰਵਿਊ ਹੋਊਗੀ ਪਹਿਲੇ 15 ਦਿਨ ਦੇ ਵਿੱਚ ਜੇ ਉਹ ਪਾਸ ਕਰੂਗਾ ਉਸ ਤੋਂ ਬਾਅਦ ਫਿਰ 45 ਦਿਨ ਦੇ ਵਿੱਚ ਅਸਾਈਲਮ ਅਫਸਰ ਕੋਲ ਜਾਊਗਾ, ਉਹਨੇ ਜੇ ਪਾਸ ਕਰਤਾ ਠੀਕ ਹੈ, ਨਹੀਂ ਫਿਰ ਇਮੀਗ੍ਰੇਸ਼ਨ ਕੋਰਟ ਵਗੈਰਾ 'ਚ ਵੀ ਕੇਸ ਜਾ ਸਕਦਾ ਹੈਗਾ। ਇਹਦੇ 'ਚ ਇੱਕ ਚੇਂਜ ਹੈਗੀ ਆ ਵੀ ਜੇ ਅਸਾਈਲਮ ਦਾ ਕੇਸ ਫੇਲ ਹੋ ਜਾਂਦਾ ਤਾਂ ਜਿਹੜੀਆਂ ਫੈਡਰਲ ਕੋਰਟਾਂ ਨੇ ਉਹਦੇ ਵਿੱਚ ਅਪੀਲ ਜਾਂ ਦਲੀਲ ਦੀ ਗੁੰਜਾਇਸ਼ ਜ਼ਿਆਦਾ ਨਹੀਂ ਹੋਊਗੀ। ਤੇ ਜਿਵੇਂ ਹੁਣ ਅੱਜ ਕੱਲ੍ਹ ਜੇ ਕਿਸੇ ਦਾ ਫੇਲ ਹੋ ਜਾਂਦਾ ਫੈਡਰਲ ਕੋਰਟ ਜਾ ਸਕਦਾ, ਇਹਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਅਸਾਈਲਮ ਜੇ ਕਿਸੇ ਦਾ ਫੇਲ ਹੋ ਗਿਆ ਉਹ ਨਹੀਂ ਜਾ ਸਕੇਗਾ। ਸੋ ਜਿਹੜੀ ਇਨਫੋਰਸਮੈਂਟ ਆ ਉਹਦੇ ਵਾਸਤੇ ਵੀ ਜ਼ਿਆਦਾ ਬੰਦੇ ਹਾਇਰ ਕੀਤੇ ਜਾਣਗੇ ਤੇ ਉਹਦੇ ਵਾਸਤੇ ਉਹ ਕਹਿ ਰਹੇ ਆ ਕਿ ਜਿਹੜਾ ਇਲੀਗਲ ਐਂਟਰ ਕਰੂਗਾ ਉਹਨੂੰ ਜ਼ਿਆਦਾ ਜਿਹੜੀ ਹੈਗੀ ਆ ਉਹ ਸਜ਼ਾ ਹੋ ਸਕਦੀ ਆ, ਜਾਂ ਜਿਹੜੇ ਮਤਲਬ ਗੈਂਗ ਵਗੈਰਾ ਆਉਂਦੇ ਆ ਉਹਦੇ ਨਾਲ ਵੀ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਜਿਹੜੀ ਆ ਉਹ ਸਜ਼ਾ ਇਹਦੇ 'ਚ ਹੋ ਸਕਦੀ ਆ। ਕੁੱਲ ਮਿਲਾ ਕੇ ਜਿਹੜਾ ਬਿੱਲ ਇੰਟਰੋਡਿਊਸ ਕੀਤਾ ਗਿਆ ਇਹਦੇ ਪਾਸ ਹੋਣ ਦੇ ਚਾਂਸ ਨਾ ਦੇ ਬਰਾਬਰ ਆ, ਬਹੁਤ ਘੱਟ ਆ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇਸ ਬਿੱਲ ਦੀਆਂ ਜਿਹੜੀਆਂ ਪ੍ਰੋਵੀਜ਼ਨਾਂ ਨੇ ਉਹ ਨੇ ਕਿ ਕੁਛ ਤਾਂ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਕਹਿੰਦੇ ਨੇ ਬੰਦੇ ਪੱਕੇ ਕਰੋ, ਉਹਨਾਂ ਦੀ ਗੱਲ ਸੁਣੀ ਗਈ ਆ। ਕੁਛ ਜਿਹੜੇ ਰਿਪਬਲਿਕਨ ਕਹਿੰਦੇ ਨੇ ਪਹਿਲਾਂ ਬਾਰਡਰ ਸਿਕਿਉਰ ਕਰੋ, ਇੱਥੋਂ ਬੰਦੇ ਡਿਪੋਰਟ, ਉਹਨਾਂ ਦੀ ਸੁਣੀ ਗਈ ਆ। ਨਾਲੇ ਰੱਖਿਆ ਗਿਆ ਵੀ ਜਦੋਂ 90% ਬਾਰਡਰ ਸਿਕਿਉਰ ਹੋਏਗਾ ਉਦੋਂ ਬਾਅਦ ਗ੍ਰੀਨ ਕਾਰਡ ਦਾ ਪ੍ਰੋਸੈਸ ਸ਼ੁਰੂ ਹੋਏਗਾ। ਹੁਣ 90% ਦਾ ਬਾਰਡਰ ਅੱਜ ਤੱਕ ਨਹੀਂ ਸਿਕਿਉਰ ਹੋਇਆ ਪਿਛਲੇ 30 ਸਾਲਾਂ 'ਚ, ਇਹ ਕਿੱਥੇ ਹੋਣਾ? ਇਹਦੇ ਵਾਸਤੇ ਕਾਫੀ ਮੁਸ਼ਕਿਲ ਹੈ ਜਿਹੜਾ ਇਹਦਾ ਸਿਸਟਮ ਹੈ, ਸੈਟਅਪ ਹੈ। ਤੇ ਇਹ ਬਿੱਲ ਇੰਟਰੋਡਿਊਸ ਤਾਂ ਜ਼ਰੂਰ ਹੋਇਆ, ਅਸੀਂ ਕਹਿ ਸਕਦੇ ਹਾਂ ਵੀ ਚੰਗਾ ਕਦਮ ਹੈ ਜਾਂ ਇਸ ਪਾਸੇ ਵੱਲ ਸੋਚਣਾ ਸ਼ੁਰੂ ਕੀਤਾ, ਪਰ ਇਹ ਪਾਸ ਹੋਣ ਦੇ ਜਿਹੜੇ ਚਾਂਸ ਨੇ ਇਹਦੇ ਜਿਹੜੀ ਮੌਜੂਦਾ ਸੈਟਅਪ ਹੈ ਉਹਦੇ ਵਿੱਚ ਕੋਈ ਮੈਨੂੰ ਖਾਸ ਨਜ਼ਰ ਨਹੀਂ ਆ ਰਹੇ। ਪਰ ਕਿਉਂਕਿ ਖਬਰ ਸੀ ਇੰਪੋਰਟੈਂਟ ਇਸ ਕਰਕੇ ਥੋੜ੍ਹੇ ਧਿਆਨ 'ਚ ਲਿਆਂਦੀ ਆ। ਪਾਸ ਹੋਣ ਦੀ ਕੋਈ ਜ਼ਿਆਦਾ ਉਮੀਦ ਨਹੀਂ ਲੱਗ ਰਹੀ। ਬਾਕੀ ਕੋਈ ਇਹੋ ਜਿਹਾ ਚਮਤਕਾਰ ਹੋ ਜਾਵੇ ਵੀ ਜੇ ਜਿਹੜੀਆਂ ਦੋਨੇ ਪਾਰਟੀਆਂ ਦੇ ਲੀਡਰ ਇਹਨੂੰ ਐਕਸੈਪਟ ਕਰ ਲੈਣ ਤਾਂ ਹੋ ਸਕਦਾ, ਪਰ ਜਿਹੜਾ ਮੌਜੂਦਾ ਸਿਸਟਮ ਹੈ ਇਹਦੇ ਵਿੱਚ ਜਿੰਨੇ ਡਿਫਰੈਂਸਿਸ ਹੈਗੇ ਆ ਇਮੀਗ੍ਰੇਸ਼ਨ ਦੇ ਅੱਡ ਜਿਹੜੀਆਂ ਪਾਰਟੀ ਪਲੇਟਫਾਰਮ ਦੇ, ਕੋਈ ਜਿਹੜੀ ਰਿਪਬਲਿਕਨ ਪਾਰਟੀ ਹੈ ਇਸ ਟਾਈਮ 'ਤੇ ਉਹ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦੇ ਖਿਲਾਫ ਹੈ, ਜ਼ਿਆਦਾ ਟੂਵਰਡਸ ਦਾ ਰਾਈਟ ਹੈ। ਉਹ ਇਹ ਕਹਿੰਦੇ ਨੇ ਕਿ ਜਿਹੜੇ ਬੰਦੇ ਡਿਪੋਰਟ ਕਰੋ। ਉਹਨਾਂ ਨੇ ਜਿਹੜਾ ਮਤਲਬ ਬਿੱਲ ਇੰਟਰੋਡਿਊਸ ਕੀਤਾ ਜਾਂ ਜਿਹੜੇ ਉਹਨਾਂ ਦੇ ਹੁਣ ਲੀਡਰ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ, ਪ੍ਰਾਇਮਰੀ ਦੇ ਵਿੱਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਤੁਹਾਨੂੰ ਪਤਾ ਅਗਲੇ ਸਾਲ ਹੋਣੀ ਆ 24 'ਚ, ਤੇ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਅਨਾਊਂਸ ਕੀਤਾ ਕਿ ਉਹਨਾਂ ਨੇ ਇਲੈਕਸ਼ਨ ਲੜਨੀ ਆ। ਉਧਰੋਂ ਰਿਪਬਲਿਕਨ ਪਾਰਟੀ ਵੱਲੋਂ ਟਰੰਪ ਹੈਗਾ ਤੇ ਹੋਰ ਵੀ ਕਈ ਬੰਦੇ ਹੈਗੇ ਨੇ, ਜਿਹੜੇ ਫਲੋਰੀਡਾ ਦੇ ਗਵਰਨਰ ਹੈਗੇ ਨੇ ਉਹ ਵੀ ਹੈਗੇ ਆ। ਉਹਨਾਂ ਦਾ ਜਿਹੜਾ ਪਲੇਟਫਾਰਮ ਆ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦੇ ਖਿਲਾਫ ਆ। ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਕਿਸਮ ਦਾ ਸਮਝੌਤਾ ਹੋਣ ਦੀ ਉਮੀਦ ਆ। ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਸ਼ੈਵਰਨ ਦੀ। ਇੱਕ ਕੇਸ ਆ, ਉਹਦਾ ਨਾਂ ਹੈਗਾ ਸ਼ੈਵਰਨ ਵਰਸਸ ਨੈਸ਼ਨਲ ਰਿਸੋਰਸਿਸ ਡਿਫੈਂਸ ਕਾਊਂਸਲ। ਇਹ ਕੇਸ US ਸੁਪਰੀਮ ਕੋਰਟ ਨੇ ਸੁਣਨਾ, ਉਹਨਾਂ ਨੇ ਕਿਹਾ ਅਸੀਂ ਸੁਣਾਂਗੇ। ਇਹਦੀ ਇੰਪੋਰਟੈਂਸ, ਇਹ ਇੱਕ ਪੁਰਾਣਾ ਕੇਸ ਆ 1984 ਦਾ, ਤੇ ਇਹ ਕੇਸ ਇਹ ਕੰਸੀਡਰ ਕਰਦਾ ਕਿ ਜਿਹੜੀਆਂ ਕੋਰਟਸ ਹੈਗੀਆਂ ਜਿਹੜੇ ਕਿ ਲਾ ਹੁੰਦੇ ਨੇ ਫੈਡਰਲ, ਜਿਹਦੇ 'ਚ ਕਿ ਇਮੀਗ੍ਰੇਸ਼ਨ ਦੇ ਕਾਨੂੰਨ ਵੀ ਆ ਉਹਨਾਂ ਨੂੰ ਇੰਟਰਪ੍ਰੈਟ ਕਿਸ ਤਰ੍ਹਾਂ ਕਰਨ। ਤੇ ਉਹ ਕੇਸ ਇਹ ਕਹਿੰਦਾ ਵੀ ਜੇ ਕੋਈ ਡਾਊਟ ਹੈ ਕਿਸੇ ਚੀਜ਼ ਦਾ ਤੇ ਜਿਹੜੀ ਏਜੰਸੀ ਆ ਜਿਵੇਂ ਇਮੀਗ੍ਰੇਸ਼ਨ ਦੀ ਏਜੰਸੀ ਆ ਉਹਨੇ ਜੋ ਉਹਦਾ ਵਿਊ ਆ ਉਹ ਕੋਰਟ ਨੂੰ ਚਾਹੀਦਾ ਵੀ ਉਹਨੂੰ ਮੰਨੇ, ਉਹ ਆਪਣੀ ਕੋਈ ਵੱਖਰੀ ਇੰਟਰਪ੍ਰੀਟੇਸ਼ਨ ਨਾ ਕਰੇ। ਲੇਕਿਨ ਜਿਹੜਾ ਕੇਸ ਇਹਦੇ 'ਚ ਕੀਤਾ ਗਿਆ ਉਹ ਇਹ ਕੀਤਾ ਗਿਆ ਵੀ ਕੋਰਟ ਇਹਦੇ 'ਚ ਆਪਣੀ ਇੰਟਰਪ੍ਰੀਟੇਸ਼ਨ ਦੇਵੇ
भी एजेंसी की जिहड़ी व्यू आ उहनूं डैफर ना करे तो कोर्ट जिहड़ी आ वो अपने हिसाब नाल ला दे मुताबिक डिसाइड करे, ना कि ये देखे भी जिहड़ी थल्लड़ी एजेंसी है जिवें हुण USCIS इमीग्रेशन आ भी इहने की फैसला किया। सो इहदा मतलब ये होया कि जे ये जिहड़ी सुप्रीम कोर्ट आ वो इहदे च डिसाइड करदी है कि जिहड़े फैडरल स्टैचू ने कानून ने अमरीका च जिन्हां च इमीग्रेशन वन ऑफ दैम आ, बाकी होर कानून भी हैगे आ, उन्हां नूं जिहड़ियां कोर्टां ने वो अपने हिसाब नाल इंटरप्रैट कर सकदियां ने। जिहड़ियां गवर्नमेंट दी एजेंसियां ने की उन्हां ने इंटरप्रैट कीता जां की लागू कीता उहदा कोई लेना देना नहीं, तो फिर इमीग्रेशन लई इहदा वड्डा बैनीफिट हो सकदा, क्योंकि कोर्टां जिहड़ियां ने वो जिहड़ी थल्लड़े इमीग्रेशन दे डिसीजनस ने उन्हां नूं ज़्यादा रिव्यू कर सकदियां ने। ये वास्ते इमीग्रेशन का खास करके जिहड़े डिपोटेशन के केस या क्रिमिनल केसिस ने उन्हां ते असर पै सकदा। सो सुप्रीम कोर्ट जिहड़ी आ उहने ये केस सुनना, तो हुण देखते हैं भी ये की वो डिसाइड करते हैं। इस तो इलावा जिहड़ी अगली खबर हैगी आ जी इंपॉर्टेंट, वो ये हैगी आ कि डाका जिहड़ी आ उहदा केस टैक्सस के जज कोल फिर शुरू हो गया। ये अगे कई बारी होया, कई बारी गया सुप्रीम कोर्ट तक, तो ये 7 जिहड़ियां रिपब्लिकन स्टेटां ने उन्होंने सू किया बाइडन एडमिनिस्ट्रेशन नूं कि ये जिहड़ी पॉलिसी है गलत आ। डाका उही आ भी जिहड़े बच्चे इत्थे अनडॉक्यूमेंटेड आए सीगे ते प्रेजिडेंट ओबामा ने प्रोग्राम क्रिएट किया सी कि उन्होंने इत्थे अमरीका च रहण दी परमिशन दी जाए, वर्क परमिट मिले, तो वो हुण जज एंड्रयू हैनन की कोर्ट दे विच आ। ते इहदे च बेसिकली वो स्टेटां फेर कह रही ने कि ये जी इलीगल हैगा, इहनूं जिहड़ा हैगा टर्मीनेट करना चाहिए, तो हुण वो केस चल रहा, देखते हैं इहदा की जिहड़ा हैगा वो हशर हुंदा। अगली खबर हैगी है जी H1B वीज़े की स्टैंपिंग के नाल, उहदे विच हुण जिहड़ा स्टैंपिंग टाइम है H1B का वो हुण लॉटरी फॉर 2024 तो वो हुण जनवरी दे विच शुरू होऊगा। सो जिहड़ा स्टैंपिंग अगले साल होगी, लेकिन हुण उहदी एप्लीकेशन वगैरह का काम शुरू हो गया अक्टूबर दे विच। सो जिहड़ा एप्लीकेशन आ वो लैनी आ इमीग्रेशन जिहड़ी आ वो शुरू मतलब करेगी। तो लॉटरी हैगी आ, इहदे विच बहुत ज़्यादा एप्लीकेंट होंदे ने, नंबर वीज़ा थोड़े आ, तो लॉटरी दे विच जिहदी वारी आउंदी उहनूं H1B मिलदा। अपने जिहड़े इंडिया तो लोग आउंदे ने काफ़ी ज़्यादा इह अप्लाई करते हैं, जिन्नियां वड्डियां कंपनियां ने वो करदियां। सो ये एक बड़ा वड्डा एक मतलब वीज़ा जिहड़ा प्रोसैसिंग दा एक सेंटर है H1B, जिहदे अंडर के जिहड़े प्रोफैशनल ने, खास करके जिहड़े इंजीनियर ने जां डॉक्टर ने जां जिहड़े हाईटैक जिहड़े हैगे इंडस्ट्री दे नाल ने, वो इहदे विच अपलाई करके इत्थे अमरीका दे विच काम कर सकते हैं। फिर हौली हौली उन्होंने ओवर पीरियड ऑफ टाइम ग्रीन कार्ड वगैरह का भी जिहड़ा प्रोसैस शुरू हो जाता। डिमांड H1 वीज़े की बहुत ज़्यादा वध रही है। फॉर द ईयर 2023 2023 ਲਈ USCIS रिसीव्ड 484,000 रजिस्ट्रेशन, 4,84,000 लोगों ने H1B ਲਈ अप्लाई किया 2023 वाले ਲਈ। हुण 24 ਦੇ ਵਿੱਚ ਜਿਹੜਾ ਹੈਗਾ ਉਹ USCIS ने रिलीज़ किया कि ਜਿਹੜੀਆਂ रजिस्ट्रेशन ਹੋਣਗੀਆਂ ਉਹ 7,80,000 ਹੋਣਗੀਆਂ। देखो ऑलमोस्ट डबल ਦੇ ਕੋਲ पहुँच गया कि 7,80,000 ਬੰਦੇ ਜਿਹੜੇ ਨੇ ਉਹ ਅਪਲਾਈ ਕਰ ਰਹੇ ਨੇ। कोटा सिर्फ 85,000 वीज़ियां का साल दे विच। हुण देखो भी 85,000 वीज़ा H1 गौरमेंट इशू करती है साल च, तो अपलाई किन्ने लोग कर रहे हैं। 2023 अपलाई किया 4,84,000 बंदियां ने, तो आह साल दे विच जिहड़ा हुण 24 ਲਈ करनगे वो 7,80,000 बंदे आ। सो बहुत ज़्यादा डिमांड आ। सो ये मंग की जा रही है भी कोटा भी वधाया जाए ताकि इहदी जिहड़ी हैगी आ वो मतलब जिहड़ा कोटा हैगा वो इनक्रीज़ होना चाहिए। तो जिहड़ा H1B जिहड़ी इशूएंस हैगी इट इज़ बेस्ड ऑन ए फिजिकल ईयर टाइमलाइन। तो इट्स वेरी इंपॉर्टेंट टू कीप इन माइंड अबाउट फिलिंग आउट योर एप्लीकेशन दैट फिजिकल ईयर 2024 स्टार्ट्स फ्रॉम October 1, 2023 एंड एंड्स ऑन September 30, 2024। जिहड़ा टाइम पीरीयड शुरू होना इहदा अप्लाई करन दा वो October 1, 2023 आ। October 1, 2023 नूं तुसीं 2024 ਲਈ अप्लाई करोगे तो मुक्कूगा जाके September 30, 2024 ਦੇ ਵਿੱਚ। तो इस करके ये जिहड़ी हैगी आ वो हो सकती है। दूजा ये आ कि जिहड़ी स्टैंपिंग आ, जिहड़े बंदे मतलब स्टैंपिंग कराउंदे ने इत्थे बंदे रह रहे H1B तो जाके अपनी कंट्री तो उहदे वास्ते USCIS ने कहा सी कि वो इत्थे शुरू करनगे स्टैंपिंग, पर अजे कीती नहीं उन्होंने। तो वो हुण ये कह रहे कि असीं इहनूं जिहड़ा वो ईजी करांगे ताकि स्टैंपिंग वास्ते बंदे नूं बहुत ज़्यादा देर जिहड़ी वो वेट ना करनी पवे। सो ये भी एक इंपॉर्टेंट खबर आ जिहड़ी कि तुहाडे नाल सांझी कीती है।
इस तो इलावा जी होर इंपॉर्टेंट खबर आ USCIS तो हैगी आ कि USCIS ने यह कहा कि जोड़े असैलम आप अपलाई करते हैं अफर्मेटिव असैलम जोड़ा कि जो बंदा आता फड़िया नहीं जाता वो असैलम अपलाई या वीजे पर आया कोई वो करता वो वास्ते तो बाय मेल करना तो वो जोड़े सर्वे सेंटर ने उन्होंने कुछ तब्दीली आ तो वो तुसीं उन्होंने साइट पर जाके I-589 फॉर्म की जी होंगी इंस्ट्रक्शन देख सकते हो कि वो कित्थे कित्थे अपलाई होने आ तो वो इन्होंने हुण 2-3 जोड़े मेन सेंटर बनाए ने खास करके जो फ्लोरिडा टैक्सिस वाले अपलाई करनगे PO Box 653080 डैलस टैक्सिस तो जोड़े मतलब बाकी ने वो करनगे जी PO Box 6893 शिकागो इलिनॉय। सो ये इदा कुछ चेंजिस हैगियां तो जिन्हों ने कि बाय मेल जोड़े असैलम अपलाई करते उन्होंने लिए आ। सो उसकी इंस्ट्रक्शन शीट जी हैगी डिटेल के तुहानूं मैं नैक्सट बारी दस दूँगा लेकिन भी वो किहड़ी स्टेट का कित्थे जाना पर उन्होंने साइट पर भी अवेलेबल हैगा। ये एक नवी न्यूज़ जी आ ये USCIS की आ जी कि हुणे अजे 31 तरीक मई को इशू हुई है। इस तो इलावा वीज़ा बुलेटिन आ गया जी नवा जून का, ये बारे आप गल करते हैं तो ये जड़ियाँ कैटेगरियाँ ने उन्होंने बारे तुहानूं मैं दसदा कि जी F4 कैटेगरी आ वो चल रहा जी 15 सितंबर 2005 इंडिया ਲਈ ਇਹ ਹੈਗੀ ਜਿਹੜੇ US ਸਿਟੀਜ਼ਨ ਦੇ ਭਰਾ ਭੈਣ ਤੇ ਉਹਨਾਂ ਦੇ ਬੱਚਿਆਂ ਦੀ ਕੈਟਾਗਰੀ ਹੈ। F3 ਹੈਗੀ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਉੱਥੇ ਚੱਲ ਰਿਹਾ ਜੀ 8 ਦਸੰਬਰ 2008। F2B ਆ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਹਸਬੈਂਡ ਵਾਈਫ ਤੇ ਜਿਹੜੇ ਅਨਮੈਰਿਡ ਐਕਚੁਅਲੀ ਹਸਬੈਂਡ ਵਾਈਫ ਨਹੀਂ ਜਿਹੜੇ ਅਨਮੈਰਿਡ ਬੱਚੇ ਆ ਓਵਰ 21 ਉਹਨਾਂ ਦੀ ਆ 22 ਸਤੰਬਰ 2015। F2A ਹੈਗੀ ਆ US ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਉਹਦੀ ਹੈਗੀ ਆ ਜੀ 8 ਸਤੰਬਰ 2020। F1 ਕੈਟਾਗਰੀ ਹੈਗੀ ਅਨਮੈਰਿਡ ਸਨਸ ਆਫ ਐਂਡ ਡਾਟਰਸ ਆਫ US ਸਿਟੀਜ਼ਨਸ ਉਹਦੇ ਵਿੱਚ ਹੈਗੀ ਆ ਜੀ 15 ਦਸੰਬਰ 2014। ਤੇ ਜਿਹੜੀਆਂ ਡੇਟਾਂ ਤੇ NVC ਨੈਸ਼ਨਲ ਵੀਜ਼ਾ ਸੈਂਟਰ ਪੇਪਰ ਲੈ ਰਿਹਾ ਇਹਨਾਂ ਹੀ ਕੈਟਾਗਰੀਆਂ 'ਚ F4 ਕੈਟਾਗਰੀ ਜਿਹੜੀ US ਸਿਟੀਜ਼ਨ ਦੇ ਭਰਾ ਭੈਣ ਤੇ ਉਹਨਾਂ ਦੇ ਬੱਚਿਆਂ ਦੀ ਕੈਟਾਗਰੀ ਆ NVC ਪੇਪਰ ਲੈ ਰਿਹਾ ਜੀ ਹੁਣ ਇਸ ਟਾਈਮ 22 ਫਰਵਰੀ 2006। F3 ਕੈਟਾਗਰੀ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਆ ਉਹ 'ਚ ਲੈ ਰਿਹਾ ਜੀ 8 ਫਰਵਰੀ 2010। F2B ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਬੱਚੇ ਆ ਜੀ 1 ਜਨਵਰੀ 2017। F2A ਕਰੰਟ ਆ। F1 ਤੇ ਚੱਲ ਰਿਹਾ ਜੀ जनवरी 1 2017। सो इन्हां दे विच NVC पेपर लै रही है। थोड़ी जी मूवमेंट हुई है जी अगे वधिया काम। F4 कैटेगरी काफ़ी स्लो है लेकिन ये मुकाबले दे विच जिहड़ी F3 कैटेगरी है थोड़ी जी तेज़ हुई है तो जिहड़ी F2B कैटेगरी है वो भी तेज़ हुई है तो थोड़ी तेज़ी हैगी आ पर होर ज़्यादा होनी चाहिए आ क्योंकि बहुत ज़्यादा बैकलॉग है। हुण देखो किवें पूरा करते हैं। इस सिलसिले तुहानूं मैं दसदा कि पिछले हफ्ते साडी मीटिंग कैलीफोर्निया दे विच जिहड़ी कि मैं ही ऑर्गेनाइज़ की सी वो सैनेटर बॉब मेनेंडेस जिहड़े कि सैनेट की फॉरन रिलेशन कमेटी के चेयरमैन ने बड़े सीनियर सैनेटर न्यू जर्सी तो उन्होंने हुई वो इत्थे बे एरिए आए सीगे उन्होंने साडी लंचन मीटिंग सी उहदे विच असीं ये जिहड़ा इशू सी इमीग्रेशन वाला मैं उठाया उन्होंने जिहड़ा बिलों बारे भी पुछया जिहड़ा बैकलॉग आ उहदे बारे भी पुछया तो उन्होंने सगों जिहड़े सिटीजनशिप वगैरह दी इंटरव्यूज़ हुंदियां ने जिहदे विच हुण N648 वगैरह फार्म एक्सैप्ट किए जाते हैं। ये बारे मैं दसंबर के इन्होंने मीटिंग की सी एक वो मैं कहा सी भी जिहड़े एलिजिबल बंदे ने काफ़ी ओल्ड ने या बीमार ने उन्होंने इमीग्रेशन फॉर्म नहीं लै रही टैसट माफ़ी दे इन्हों ने फिर इमीग्रेशन के डायरैक्टर नाल गल की उदों तो वो प्रोसैस काफ़ी सुधार आया वो बारे भी उन्होंने थैंक्स किया तो उन्होंने दसिया कि बैकलॉग दूर होने वास्ते कोई होना चाहिए। जिहड़ी एम्बैसी आ वो भी जिहड़े खास करके पंजाब के केस आ उन्होंने इंटरव्यू दिल्ली हो जाए बैटर आ वो बारे भी असीं कोशिश कर रहे हैं। वो बारे भी गलबात हुई होर जिहड़े बायोलैटरल रिलेशनस है उन्होंने बारे गलबात उन्होंने हुई तो काफ़ी साडी मीटिंग कामयाब रही। हुण अगली मीटिंग असीं फिर महीने तक जिहड़ी करांगे तो एक साडे कोल होर सैनेटर होपफुली अगले हफ्ते आ रहे उन्होंने भी गलबात आही इमीग्रेशन बारे कर रहे हैं। साडी कोशिश है भी जिन्ना भी हो सके बाकी तो तुहानूं पता भी सरकारां दे अपणियां नीतियां पॉलिसियां हुंदियां सो इहदे बारे जिवें जिवें होया तुहानूं मैं जानकारी जिहड़ी आ ओह दिंदा रहांगा। इहदे बाद हुण इंपॉर्टेंट चीज़ है जी जिहड़ी आपां करनी है वो हैगी बॉर्डर की सिचुएशन बारे जिहड़े तुसीं सारे ही उड़ीकदे हो। बॉर्डर की सिचुएशन ये आ कि जिहड़े अपने लोग इंडिया तो आ रहे हैं खास करके पंजाब हरियाणा वगैरह उन्होंने एंट्री मिल रही है। 8 केस साढ़े कोल उन्हां बंदियां दे आए आ पिछले हफ्ते जिहड़े मई 28 नूं इत्थे एंटर होए आ ते 10 केस साढ़े कोल आए आ जिहड़े कि 30 मई नूं ते 31 मई नूं एंटर होए आ। सो लोग एंट्री मिल रही आ तो उन्होंने बॉर्डर के उपर जो कहते हैं भी सानू खतरा है उस हिसाब नाल एंट्री दे के उन्होंने इत्थे वो आ रहे हैं। पर जिहड़े सैंट्रल अमेरिकन कंट्रीज़ तो आउंदे खास करके गुआटेमाला हेटी हो गया जां हंडोरस हो गया एल सैल्वाडोर वगैरह उन्होंने एंट्री नहीं मिलती
तो क्योंकि 2 केस कोर्टां दे विच कीते होए आ जिन्हां बारे मैं जानकारी दित्ती सी, वो स्टिल पेंडिंग ने अजे, पर अपने बंदियां नूं जिहड़ी एंट्री आ मिल रही आ। ਇਹਦਾ मतलब ये नहीं कि मैं सारिਆਂ ਨੂੰ कह रहा कि एंट्री मिल रही है तो बहुत वधिया। मेरी कहण का मतलब ये आ कि ਜਦੋਂ भी ਇੱਥੇ कोई बंदा आउंदा इदां रिस्क लैके वो गलत है, गैर कानूनी आ, नहीं आउणा चाहीदा। ਉਹਦੀ ਆਪਣੀ जान ਨੂੰ भी खतरा हो सकदा। लीगल तरीके नाल अमरीका आओ, वीज़ा मिलदा आओ, ਜਾਂ ਜੇ ਤੁਸੀਂ असैलम का केस भी करना ਤਾਂ करो जे केस सच्चा ਤੁਹਾਡੇ ਕੋਲ प्रॉपर डॉक्यूमेंटेशन है, असैलम के 5 ग्राउंडां 'ਚ ਤੁਹਾਡਾ केस है, इदां इलीगल आउणा ਜਿਹੜਾ ਉਹ गलत आ। लेकिन क्योंकि लोग जानकारी मंगते सानूं दसो हालात की आ, ਉਹਦੇ बारे मैं दस रहा कि एंट्री मिल रही है, लोग आ रहे हैं, साढ़े कोल आ रहे हैं। सो लगातार ही 12 तरीक तो बाद जदों तो आह टाइटल 42 एंड होया, लोग आ रहे हैं तो उन्होंने असीं पुछदे आ भी किद्दां, वो दस रहे कि सानूं इत्थे एंट्री जिहड़ी आ वो मिल रही है। सो ये सी जी इंपॉर्टेंट खबरां, तो हुण तुहाडे सवालों के जवाब देण दा समा हो गया। सो सारिਆਂ तो पहलां तां आपां जिहड़ी गल करनी है वो करनी हैगी आ सिटीजनशिप बारे, कि कई बंदे पुछते हैं कि सिटीजनशिप दी जिहड़ियां इंटरव्यू ने उन्हां 'च की हैगा, तो उहदे बारे इस तरह है जी कि जिवें मैं अगे भी दसदा रहना कि सिटीजनशिप दे लई हुण फास्ट आ प्रोग्राम, 3 ਤੋਂ 6 महीने इंटरव्यू आ जाती है। N648 जिहड़ा फार्म हुंदा इहदे बारे भी काफ़ी सवाल आए आ भी की आ। ये बेसिकली की आ कि जे कोई डॉक्टर लिख दवे कि ये बंदा जिहड़ा हैगा उहदी एज ज़्यादा होण करके जां बीमार होण करके जां मैंटली जिहड़ी हैगी यादाश्त नहीं हैगी, भुल जाते हैं, जां डिप्रैशन इदां दी बीमारियां, इंग्लिश नहीं सीख सकते, नवीं लैंगुएज आंसर नहीं प्रॉपर कर सकते, तो उन्हां जिहड़ा टैसट हुंदा लैंगुएज का, इंग्लिश लैंगुएज का, सिविक का, वो टैसट माफ हो जाता। तो उन्हां जे प्राइमरी डॉक्टर जिहड़ा स्पैशलिस्ट आ लिख के दिंदा। ये एप्लीकेशन अगे भी लगदियां सी, लॉ पुराना, पर पहला इमीग्रेशन इन्हूं एक्सैप्ट नहीं सी कर रही। आ जनवरी तो बाद N648 ज़्यादा एक्सैप्ट हो रहा। सो जिहड़े डॉक्टर का लैटर दिंदे उन्होंने बढ़ा रहे आ। तो उहदे बारे ही मैं सेंटर मरैंडस नाल साडी होई सी दिसंबर दे विच गल, असीं भी मसला उठाया सी भी जिहड़े बंदे डिजर्विंग ने, ओल्ड ने, व्हील चेयर ते आउंदे, उन्हां दी भी एक्सैप्ट नहीं करते। उन्होंने इमीग्रेशन नाल गल कीती ते होरां ने भी कीती होनी आ। सो इमीग्रेशन ने हुण पॉलिसी नरमी आ, उहदे च काफ़ी सिटीजन बन रहे हैं। 5 साडे इहो ਜਿਹੇ ਜਿਹੜੇ ਹੈਗੇ पिछले हफ्ते ਦੇ ਵਿੱਚ सिटीजन बने आ जिन्हां नूं कि इंग्लिश की प्रॉब्लम सी, इंग्लिश नहीं सी आउंदी, पर डॉक्टर का लैटर सीगा N648 फॉर्म ते वो भर के बने आ। सो ये जिहड़ी आ ये इंपॉर्टेंट खबर आ। दूजा सवाल हैगा जी कि पुछदे आ कि ये दसो कि जिहड़े बॉर्डर तो लोग आ रहे हैं उन्होंने एंट्री मिल रही है कि नहीं। मैं दस के हटिया जी कि आ रहे ने अपने पंजाब ते हरियाणा तो या इंडिया तो लोगों को एंट्री मिल रही है, पर उसका मतलब ये नहीं है कि आना ठीक है, इस तरीके नाल आना गलत है। लीगल तरीके नाल आओ, गैर कानूनी तरीके नाल अमरीका तुहानूं नहीं आना चाहिए, क्योंकि ये थोड़ी जान नूं भी खतरा हो सकता, तो प्लस कोई गारंटी नहीं कि मिले, पर एंट्री मिल रही है। साडे कोल पिछले दिनों के विच जो तो खत्म होया टाइटल 42 हुण तक साडे कोल लोग आए आ। 16 तरीक नूं भी आए आ, 18 नूं भी आए आ, हुण आ फिर आए आ, 30 ते 31 नूं भी आए आ। सो इस तरह एंट्री जिहड़ी हैगी लोकां नूं ओह मिल रही है। अगला सवाल है जी कि गार्डियनशिप नूं कितना टाइम लगदा, की प्रोसैस है। देखो गार्डियनशिप वास्ते ये जरूरी है कि तो जिहड़ी उम्र आ बच्चे की 21 साल तो घट होवे, खास करके कैलीफोर्निया, न्यूयॉर्क वगैरह स्टेटां 'च जिहड़ा गार्डियन है वो सिटीजन या ग्रीन कार्ड होल्डर होवे, उहदे कोल बच्चे नूं रहना पैंदा। तो फिर उहदी बेस ते पहलां तां जिहड़ी गार्डियनशिप ते सिज स्पैशल इमीग्रेंट जुवनाइल स्टैटस ये केस अप्रूव हुंदा, फिर उस तो बाद अगे इमीग्रेशन जांदा, उत्थे I-360 पटीशन ते 485 करना पैंदा, वो च हो जांदा प्रोसैस। इहदा जिहड़ा लोकल कोर्ट आ उहदे विच तकरीबन 3 ਤੋਂ 6 महीने का हैगा, इमीग्रेशन के साल तो 1.5 साल का है। ये लीगल एंट्री की लोड़ नहीं होंदी, जिहदी लीगल एंट्री आ वो भी कर सकदा, जिहदी इलीगल एंट्री आ उदा आ वो भी कर सकदा, कोई प्रॉब्लम नहीं। अगला सवाल है जी कि ब्लड रिलेशन बारे अपडेट तो मैं दे के हटिया जी, हुणे मैं पढ़ के हटिया वीज़ा बुलेटिन के जून का आ गया, थोड़ी जी इंप्रूवमेंट हैगी है, पर ज़्यादा इंप्रूवमेंट कोई नहीं, होनी चाहिए है। अगला सवाल है जी कि 601 वेवर कितना अप्लाई होंदा। 601 वेवर 2 किस्म के है जी, 601X 601A आ। ये 601 वेवर जिहड़ा ये जे ग्रीन कार्ड प्रोसैस के कोई गलती हुई है उन्होंने मैंड करने वास्ते हुंदा। ये बारे मैं डिटेल के कोई प्रोग्राम करूँगा, कोई काफ़ी ये काफ़ी लंबा चौड़ा जिहड़ा हैगा वो इहदियां प्रोविजनस हैगियां। अगला सवाल है जी कि सैलम जो अपलाई करते हैं कितना टाइम लगता, तो वर्क परमिट कदों मिलता है। डिपेंड करता है जी, जे आप सैलम ऑफिस कर रहे हैं अजकल उन्होंने कोई डेटा नहीं, अपॉइंटमेंटा नहीं है, कि 2-3 साल लगते, कि 6-6 साल भी लग रहे हैं। लेकिन वर्क परमिट जो 180 दिन बाद बंदा अपलाई कर सकता, 6 महीने बाद वो सारिਆਂ ਨੂੰ मिल रहे हैं। अगला सवाल है जी कि F4 वीज़े ते जिहड़ा की चल रहा तो कितना टाइम है। मैं दस के हटिया जी कि जिहड़ा F4 वीज़ा आ उहदे विच जिहड़ी हुण अजकल जिहड़ी प्रोसैसिंग आ उही चल रहा 2005 ही, पर अगे नालों थोड़ी तेज़ी हुई आ।
F4 कैटेगरी जी है US सिटीजन ਜਿਹੜੇ ਭਰਾ ਭੈਣ ਤੇ ਉਹਨਾਂ ਦੇ ਜਿਹੜੇ ਓਵਰ ਜਾਂ ਅੰਡਰ 21 ਬੱਚੇ ਉਹਨਾਂ ਲਈ ਆ। ਇਹਦੇ ਚੱਲ ਰਿਹਾ ਜੀ 15 ਸਤੰਬਰ 2005। ਪਰ ਜਿਹੜੇ NVC ਡਾਕੂਮੈਂਟ ਮੰਗ ਰਹੀ ਆ ਇਹਦੇ ਵਿੱਚ, ਕਿਉਂਕਿ ਉਹ ਡਾਕੂਮੈਂਟ ਪਹਿਲਾਂ ਮੰਗੇ ਜਾਂਦੇ ਆ, ਉਹ ਤਕਰੀਬਨ ਜਿਹੜੀ ਡਾਕੂਮੈਂਟੇਸ਼ਨ ਹੈਗੀ ਆ ਉਹ ਹੈਗੀ ਆ ਜੀ ਹੁਣ 22 ਫਰਵਰੀ 2006। ਸਲੋ ਹੈਗੀ ਆ ਮੂਵਮੈਂਟ, ਪਰ ਅੱਗੇ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਜ਼ਰੂਰ ਆ। ਅਗਲਾ ਸਵਾਲ ਹੈ ਜੀ ਕਿ ਮੇਰੇ ਫਾਦਰ ਸਾਹਿਬ ਨੇ, ਮੇਰੀ ਸਿਸਟਰ ਨੇ ਮੇਰੀ ਖਾਲਸਾ ਦੀ ਪਟੀਸ਼ਨ ਅਪਲਾਈ ਕੀਤੀ ਆ, ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਡਿਪੋਰਟ ਹੋ ਕੇ ਗਏ ਸੀ UK ਤੋਂ, ਤੇ ਉਹਨਾਂ ਦਾ ਕੀ ਆ ਦੇਖੋ, ਹੋ ਸਕਦਾ ਉਹਦੇ ਵਿੱਚ ਕੋਈ ਉਹਨਾਂ ਨੂੰ ਜਾਣਕਾਰੀ ਦੇਣੀ ਪਊਗੀ। ਇਮੀਗ੍ਰੇਸ਼ਨ ਰੀਜ਼ਨ ਮੰਗ ਸਕਦੇ ਆ ਵੀ ਕਿਉਂ ਡਿਪੋਰਟ ਹੋ ਕੇ ਗਏ, ਜੇ ਕੋਈ ਕ੍ਰਿਮੀਨਲ ਰੈਕਡ ਵਗੈਰਾ ਸੀਗਾ ਉਹਦੀ ਪ੍ਰੋਬਲਮ ਆ ਸਕਦੀ ਆ। ਅਦਰਵਾਈਜ਼ ਜਿਹੜਾ ਅਮਰੀਕਾ ਤੋਂ ਡਿਪੋਰਟ ਹੋ ਕੇ ਜਾਂਦਾ ਉਹ ਵੱਖਰਾ ਸਿਚੁਏਸ਼ਨ ਹੈ, ਕਿਸੇ ਹੋਰ ਹੋ ਕੇ ਜਾਂਦਾ ਉਹ ਵੱਖਰਾ ਸਿਚੁਏਸ਼ਨ ਆ। ਤੇ ਅਗਲਾ ਸਵਾਲ ਹੈ ਜੀ ਕਿ ਅਪੀਲ ਪਾਸ ਹੁੰਦੀ ਹੈ ਕਿ ਨਹੀਂ ਅਸਾਈਲਮ ਕੇਸਾਂ 'ਚ? ਹੁੰਦੀ ਹੈ ਜੀ, ਇਹ ਡਿਪੈਂਡ ਕੇਸ 'ਤੇ ਕਰਦਾ, ਹਰੇਕ ਕੇਸ 'ਚ ਨਹੀਂ ਹੁੰਦੀ ਅਪੀਲ 'ਚ। ਆਮ ਤੌਰ 'ਤੇ ਜਿਹੜਾ ਪਾਸਿੰਗ ਅਪਰੂਵਲ ਤੇ ਉਹਨੂੰ 50% ਹੁੰਦੀ ਆ, ਪਰ ਜੇ ਗਰਾਊਂਡ ਅਪੀਲ ਦਾ ਦੇਖਣਾ ਪੈਂਦਾ ਕੀ ਆ, ਉਹਦੇ ਮੁਤਾਬਕ ਜੇ ਇਹਨੂੰ ਠੀਕ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਜਾਵੇ ਤੇ ਗਰਾਊਂਡ ਅਪੀਲੇਬਲ ਹੋਵੇ ਤਾਂ ਉਹ ਜ਼ਰੂਰ ਪਾਸ ਹੋ ਜਾਂਦਾ। ਅਗਲਾ ਸਵਾਲ ਹੈ ਜੀ ਕਿ ਗਾਰਡੀਅਨਸ਼ਿਪ ਮੈਂ ਕਰ ਸਕਦਾ, ਮੇਰੀ 19 ਸਾਲ ਦੀ ਉਮਰ ਆ। ਹਾਂਜੀ, ਜਿਹੜੀ ਗਾਰਡੀਅਨਸ਼ਿਪ ਆ 21 ਸਾਲ ਤੋਂ ਘੱਟ ਉਮਰ ਜੇ ਹੋਵੇ ਤਾਂ ਕੋਈ ਵੀ ਕਰ ਸਕਦਾ, ਪਰ ਉਹਦੀਆਂ ਅੱਡ-ਅੱਡ ਸ਼ਰਤਾਂ ਹੁੰਦੀਆਂ ਨੇ। ਇਹਦੇ ਬਾਰੇ ਵੀ ਇੱਕ ਵੱਖਰਾ ਪ੍ਰੋਗਰਾਮ ਆਪਾਂ ਲੈ ਕੇ ਆਵਾਂਗੇ। ਕੋਈ ਕਾਫੀ ਇਹਦੇ ਬਾਰੇ ਹੁਣ ਸਵਾਲ ਪੁੱਛਦੇ ਆ ਲੋਕ। ਸਾਡੇ 3 ਗਾਰਡੀਅਨਸ਼ਿਪ ਦੇ ਕੇਸ ਆ ਪਿਛਲੇ ਮਹੀਨੇ ਦੇ ਵਿੱਚ ਅਪਰੂਵ ਹੋਏ ਆ, ਸੋ ਇਹਦੇ ਬਾਰੇ ਵੀ ਤੁਹਾਨੂੰ ਮੈਂ ਜਾਣਕਾਰੀ ਜ਼ਰੂਰ ਜਿਹੜੀ ਆ ਉਹ ਦਿਆਂਗਾ। ਦੂਜਾ ਹੈਗਾ ਜੀ ਕਿ ਪੋਲੀਟੀਕਲ ਅਸਾਈਲਮ ਦੇ ਕੇਸ ਪਾਸ ਹੁੰਦੇ ਆ, ਜ਼ਰੂਰ ਹੁੰਦੇ ਆ ਜੀ। ਆਪਣੇ ਕੇਸ ਪਾਸ ਹੋਏ ਆ। ਆਹ ਜਿਹੜਾ ਵੀਕ ਲੰਘਿਆ ਇਹਦੇ ਵਿੱਚ 2 ਕੇਸ ਪਾਸ ਹੋਏ ਆ, ਤੇ ਉਹਨਾਂ 'ਚ ਰੀਲੋਕੇਸ਼ਨ ਦਾ ਇਸ਼ੂ ਸੀਗਾ, ਲੇਕਿਨ ਉਹ ਅਸੀਂ ਫਿਰ ਉਹਨੂੰ ਕਿਸੇ ਤਰੀਕੇ ਨਾਲ ਟੈਕਲ ਕੀਤਾ, ਤੇ ਜਿਹੜੇ ਕੇਸ ਉਹਨਾਂ ਦੇ ਪਾਸ ਹੋਏ ਉਹਨਾਂ ਨੂੰ ਬਹੁਤ ਬਹੁਤ ਵਧਾਈ। ਸੋ ਕੇਸ ਹੋ ਰਹੇ ਆ ਪਾਸ। ਆਪਣੇ ਆਫਿਸ ਦੇ ਹੀ 2 ਕੇਸ ਇਸ ਵੀਕ 'ਚ ਪਾਸ ਹੋਏ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਅਸਾਈਲਮ ਦਾ ਕੇਸ ਨਿਊਯਾਰਕ ਫੈਡਰਲ ਜਿਹੜਾ ਪਲਾਜ਼ਾ ਉੱਥੇ ਕੋਰਟ ਆ ਉੱਥੇ ਚੱਲ ਰਿਹਾ, ਤੇ ਮੈਂ ਆਪਣਾ ਐਡਰੈਸ ਆਲਬਨੀ ਸਿਟੀ ਦਾ ਦੇ ਦਿੰਦਾ, ਮੇਰੀ ਕੋਰਟ ਚੇਂਜ ਹੋਏਗੀ। ਇਹ ਡਿਪੈਂਡ ਕਰੇਗਾ ਜੀ, ਜੇ ਤੁਸੀਂ ਐਡਰੈਸ ਦਿੰਦੇ ਆ ਤੁਹਾਨੂੰ ਮੋਸ਼ਨ ਟੂ ਚੇਂਜ ਵੈਨਿਊ ਕਰਨਾ ਪਏਗਾ, ਕੋਰਟ ਨੂੰ ਇਨਫੋਰਮ ਕਰਨਾ ਪਏਗਾ ਮੇਰਾ ਕੇਸ ਚੇਂਜ ਕਰੋ, ਕੋਰਟ ਨੂੰ ਚੇਂਜ ਕਰ ਸਕਦੀ ਹੈ। ਅਗਲਾ ਸਵਾਲ ਹੈ ਜੀ ਕਿ ਮਾਸਟਰ ਹੀਅਰਿੰਗ ਕੀ ਹੁੰਦੀ ਹੈ? ਮਾਸਟਰ ਹੀਅਰਿੰਗ ਉਹਨੂੰ ਕਹਿੰਦੇ ਜਦੋਂ ਬੰਦਾ ਪੋਲੀਟੀਕਲ ਇੱਥੇ ਫੜਿਆ ਜਾਂਦਾ ਬਾਰਡਰ 'ਤੇ, ਉਹਦਾ ਕੇਸ ਇਮੀਗ੍ਰੇਸ਼ਨ ਕੋਰਟ 'ਚ ਭੇਜ ਦਿੰਦੇ ਆ, ਤਾਂ ਜਿਹੜੀ ਪਹਿਲੀ ਡੇਟ ਜੱਜ ਅੱਗੇ ਪੈਂਦੀ ਹੈ ਉਹਨੂੰ ਮਾਸਟਰ ਡੇਟ ਕਿਹਾ ਜਾਂਦਾ। ਉੱਥੇ ਜੱਜ ਪੁੱਛਦਾ ਵੀ ਕਿਉਂ ਅਮਰੀਕਾ 'ਚ ਰਹਿਣਾ, ਉਹਦੇ 'ਤੇ ਆਮ ਤੌਰ 'ਤੇ ਅਸਾਈਲਮ ਅਪਲਾਈ ਕੀਤਾ ਜਾਂਦਾ, ਉਹਨੂੰ ਕਹਿਣਾ ਪੈਂਦਾ ਕਿ ਅਸੀਂ ਅਸਾਈਲਮ ਲੈਣਾ, ਉਹ ਅਪਲਾਈ ਕਰਨਾ। ਅਸਾਈਲਮ ਵਿਥਹੋਲਡਿੰਗ ਤੇ ਕੈਟ ਦੀ ਜਿਹੜੀ ਹੈਗੀ ਆ ਐਪਲੀਕੇਸ਼ਨ, ਉਹ ਫਿਰ ਅਪਲਾਈ ਕੀਤੀ ਜਾਂਦੀ ਆ, ਤੇ ਉਹਦੀ ਬੇਸ 'ਤੇ ਫਿਰ ਅੱਗੇ ਫਾਈਨਲ ਡੇਟ ਮਿਲਦੀ, ਉਹਨੂੰ ਇੰਡੀਵਿਜੂਅਲ ਡੇਟ ਕਹਿੰਦੇ ਆ। ਸੋ ਪਹਿਲੀ ਹੀਅਰਿੰਗ ਨੂੰ ਮਾਸਟਰ ਡੇਟ ਜਿਹੜਾ ਉਹ ਕਿਹਾ ਜਾਂਦਾ। ਅਗਲਾ ਸਵਾਲ ਹੈ ਜੀ ਕਿ UK ਤੋਂ ਜੇ ਕੋਈ ਮੈਕਸੀਕੋ ਰਾਹੀਂ ਆਵੇ ਕੋਈ ਪ੍ਰੋਬਲਮ ਤਾਂ ਨਹੀਂ? ਇਹ ਡਿਪੈਂਡ ਕਰਦਾ ਜੀ, ਆ ਤਾਂ ਕੋਈ ਵੀ ਸਕਦਾ ਵੀ UK 'ਚ ਕੀ ਵੀਜ਼ਾ ਸੀ। ਜੇ ਉੱਥੇ ਸਟੂਡੈਂਟ ਵਗੈਰਾ ਸੀ ਜਾਂ PR ਨਹੀਂ ਸੀ, ਜਿਵੇਂ ਕਈ ਬੰਦੇ ਵਿਜ਼ਟਰ ਸਟੂਡੈਂਟ, ਉਹਨਾਂ ਨੂੰ ਤਾਂ ਕੋਈ ਨਹੀਂ, ਉਹ ਇੱਥੇ ਆ ਕੇ ਅਸਾਈਲਮ ਕਰ ਸਕਦੇ ਜੇ ਅਸਾਈਲਮ ਦਾ ਕੇਸ ਬਣਦਾ। ਪਰ ਜੇ PR ਹੋਵੇ ਇੰਗਲੈਂਡ ਦੀ, ਉਹਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਉਹ ਮੁਸ਼ਕਿਲ ਹੋ ਜਾਂਦਾ। ਅਗਲਾ ਜਿਹੜਾ ਸਵਾਲ ਹੈ ਜੀ ਉਹ ਇਹ ਹੈਗਾ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਲੋਕੀ ਹੈਗੇ ਆ ਉਹ ਬਾਰਡਰ 'ਤੇ ਜਿਹੜੇ ਕ੍ਰੋਸ ਕਰਕੇ ਆ ਰਹੇ ਆ, ਉਹਨਾਂ ਨੂੰ ਐਂਟਰੀ ਮਿਲ ਰਹੀ ਆ ਤੇ ਉਹਨਾਂ ਦੇ ਅਸਾਈਲਮ ਦੇ ਕੇਸ ਲੱਗ ਰਹੇ। ਮੈਂ ਦੱਸ ਕੇ ਹਟਿਆ ਜੀ ਕਿ ਐਂਟਰੀ ਮਿਲ ਰਹੀ ਆ, ਲੋਕੀ ਆ ਰਹੇ ਆ, ਅਸਾਈਲਮ ਦੇ ਕੇਸ ਲੱਗ ਵੀ ਰਹੇ ਆ ਤੇ ਪਾਸ ਵੀ ਹੋ ਰਹੇ ਆ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮਿਸੀਸਿਪੀ 'ਚ ਰਹਿ ਰਹੇ ਆ, ਕੈਲੀਫੋਰਨੀਆ ਕੇਸ ਲੱਗ ਸਕਦਾ ਕਿ ਨਹੀਂ? ਕੇਸ ਉੱਥੇ ਲੱਗਦਾ ਇੱਥੇ ਬੰਦਾ ਰਹਿ ਰਿਹਾ ਹੋਵੇ, ਸੋ ਤੁਹਾਡਾ ਕੇਸ ਮਿਸੀਸਿਪੀ ਲੱਗੇਗਾ। ਜੇ ਤੁਸੀਂ ਕੈਲੀਫੋਰਨੀਆ ਲਾਣਾ ਹੈ ਤੁਹਾਨੂੰ ਕੈਲੀਫੋਰਨੀਆ ਮੂਵ ਹੋਣਾ ਪਏਗਾ, ਕਿਉਂਕਿ ਜਿਸ ਸਟੇਟ ਦੇ ਵਿੱਚ ਤੁਸੀਂ ਕੇਸ ਲਾਣਾ ਉਹਦੀ ਜਿਹੜੀ ਜੂਰਿਸਡਿਕਸ਼ਨ ਹੈਗੀ ਆ ਉਹਦੇ ਵਿੱਚ ਤੁਹਾਨੂੰ ਮੂਵ ਜਿਹੜਾ ਉਹ ਹੋਣਾ ਪੈਂਦਾ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਹਫਤੇ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।